ਸਾਨੂੰ ਧਰਮ ਦੀ ਕੀ ਲੋੜ ਆ ਜੇ ਸਾਡੀ ਮਤਲਬ ਕਿ ਅਸੀਂ ਆਪਣੀ ਪ੍ਰੋਬਲਮ ਖੁਦ ਸੋਲਵ ਕਰਦੇ ਆ ਤਾਂ। ਤੇ ਜੈ ਭੀਮ ਜੀ। ਧਰਮ ਜੋ ਹੈ ਜਿਸ ਪ੍ਰਕਿਰਤੀ ਦਾ ਜੋ ਇੱਕ ਕਾਨੂੰਨ ਆ, ਉਹਦੇ ਵਿੱਚ ਉਤਪਾਦ ਔਰ ਵੇ ਹੁੰਦਾ। ਇਸ ਨੂੰ ਜਾਣਨ ਦੇ ਲਈ ਸਾਨੂੰ ਧਰਮ ਦੀ ਲੋੜ ਆ ਕਿ ਅਸੀਂ ਜਿਹੜੀਆਂ ਸੰਸਾਰ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਸੱਚ ਸਮਝਦੇ ਹੋਏ ਉਹਨਾਂ ਨਾਲ ਜੁੜੇ ਹੋਏ ਆ, ਔਰ ਉਹਨਾਂ ਦੇ ਲਈ ਇੱਛਾ ਪੈਦਾ ਕਰਦੇ ਆ। ਜੇਕਰ ਅਸੀਂ ਉਹਨਾਂ ਦੀਆਂ ਨਾਲ ਇੱਛਾ ਪੈਦਾ ਕਰਦੇ ਰਵਾਂਗੇ ਤਾਂ ਅਸੀਂ ਦੁੱਖ ਨੂੰ ਹੀ ਖਰੀਦਦੇ ਰਵਾਂਗੇ, ਦੁੱਖ ਹੀ ਕ੍ਰੀਏਟ ਕਰਦੇ ਰਵਾਂਗੇ। ਔਰ ਦੁੱਖ ਤੋਂ ਬਚਣ ਦਾ ਜਿਹੜਾ ਅਸੀਂ ਉਪਾਅ ਕਰਦੇ ਆ, ਸੁੱਖ ਲੈਣ ਦੀ ਜੋ ਅਸੀਂ ਚਾਹ ਪੈਦਾ ਕਰਦੇ ਆ, ਉਹੀ ਸਾਨੂੰ ਦੁੱਖ ਦਿੰਦਾ ਆ। ਇਸੇ ਲਈ ਸਾਨੂੰ ਧਰਮ ਦੀ ਲੋੜ ਪੈਂਦੀ ਆ ਕਿ ਅਸੀਂ ਪ੍ਰਕਿਰਤੀ ਦੇ ਕਾਨੂੰਨ ਨੂੰ ਸਮਝ ਸਕੀਏ। ਇਸੇ ਲਈ ਤਥਾਗਤ ਭਗਵਾਨ ਬੁੱਧ ਨੇ ਸਾਨੂੰ 5 ਸ਼ੀਲ ਦਿੱਤੇ ਸੀ ਕਿ ਜੇਕਰ ਤੁਸੀਂ ਧਰਮ ਨੂੰ ਜਾਣਨਾ ਚਾਹੁੰਦੇ ਆ, ਕੁਦਰਤ ਦੇ ਕਾਨੂੰਨ ਨੂੰ ਜਾਣਨਾ ਚਾਹੁੰਦੇ ਆ, ਤੇ ਕਦੀ ਵੀ ਆਪਣੇ ਕਾਇਆ ਔਰ ਵਾਣੀ ਦੇ ਨਾਲ ਦੁਸ਼ਕਰਮ ਨਾ ਕਰਨਾ। ਇਹਨੂੰ ਹੀ ਉਹਨਾਂ ਨੇ ਧਰਮ ਕਿਹਾ ਆ। ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ ਆ, ਸਭ ਪਾਪਸ ਐ ਕਰਨਨ ਕੁਸਲਸਿਆ ਉਪਸੰਪਦਾ ਸਹਿਚਿਤ ਪਰਿਯੋਦੋ ਪਨਾ ਏਤਨ ਬੁੱਧੰ ਸ਼ਾਸਨੰ। ਕਿ ਜੇਕਰ ਤੁਸੀਂ ਬੁੱਧਾ ਦਾ ਸ਼ਾਸਨ ਚਾਹੁੰਦੇ ਆ ਇਸ ਸੰਸਾਰ ਦੇ ਵਿੱਚ, ਤਾਂ ਕੋਈ ਵੀ ਪਾਪ ਕਰਮ ਨਹੀਂ ਕਰਨਾ। ਸਭ ਪਾਪਸ ਐ ਕਰਨਨ ਕੁਸਲਸਿਆ ਉਪਸੰਪਦਾ, ਕੁਸ਼ਲ ਕੰਮਾਂ ਦੀ ਸੰਪਤੀ ਇਕੱਠਾ ਕਰਨਾ। ਸਹਿਚਿਤ ਪਰਿਯੋਦੋਪਨਾ, ਆਪਣੇ ਮਨ ਨੂੰ ਸ਼ੁੱਧ ਕਰਨਾ। ਔਰ ਜਿਹੜੇ ਅਸੀਂ ਧਰਮ ਦੀ ਗੱਲ ਕਰਦੇ ਆ, ਇਹ ਜੋ ਬੁੱਧ ਧਰਮ ਆ, ਇਹਦੇ ਵਿੱਚ ਉਹ ਵਿਅਕਤੀ ਸ਼ਾਮਲ ਆ ਜਿਹੜੇ ਦੂਜੇ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਆ, ਜਿਹੜੇ ਆਪਣਾ ਸਭ ਕੁਝ ਦੂਜਿਆਂ ਦੇ ਲਈ ਵਾਰਦੇ ਆ। ਸੋ ਇਸੇ ਲਈ ਸਾਨੂੰ ਧਰਮ ਦੀ ਲੋੜ ਪੈਂਦੀ ਆ, ਧੰਮ ਦੀ ਲੋੜ ਪੈਂਦੀ ਆ ਕਿ ਅਸੀਂ ਉਹਨਾਂ ਦੀ ਸੰਗਤ ਵਿੱਚ ਆ ਕੇ ਆਪਣੇ ਆਪ ਨੂੰ ਸੁਧਾਰ ਸਕੀਏ। ਅਪੋ ਦੀਪੋ ਭਵੋ ਦਾ ਮਤਲਬ ਇਹੀ ਆ ਕਿ ਇਸ ਦੇ ਵਿੱਚ ਤੁਹਾਨੂੰ ਕੋਈ ਵੀ ਦਿਸ਼ਾ ਨਿਰਦੇਸ਼ ਨਹੀਂ ਦਿੱਤਾ ਜਾਂਦਾ ਕਿ ਤੁਸੀਂ ਆਹ ਕਰਮ ਕਰੋ। ਤੁਸੀਂ ਆਪਣੇ ਮਾਲਕ ਖੁਦ ਆ। ਆਪਣੇ ਸਵਾਲਾਂ ਦੇ ਜਵਾਬ ਤੁਹਾਨੂੰ ਖੁਦ ਪਤਾ ਲੱਗਣੇ ਆ। ਜਿਹੜੇ ਸਵਾਲ ਤੁਸੀਂ ਪੁੱਛਿਆ ਕਿ ਪ੍ਰਿਥਵੀ ਦਾ ਜਨਮ ਕਦੋਂ ਹੋਇਆ ਜਾਂ ਮਨੁੱਖ, ਇਹ ਕੋਈ ਵੀ ਸਵਾਲਾਂ ਦਾ ਜਵਾਬ ਦੇ ਹੀ ਨਹੀਂ ਸਕਦਾ। ਤੁਹਾਨੂੰ ਖੁਦ ਨੂੰ ਇਹਨਾਂ ਸਵਾਲਾਂ ਦੇ ਜਵਾਬ ਪਤਾ ਲੱਗਣੇ। ਜਿੱਦਾਂ ਤਥਾਗਤ ਭਗਵਾਨ ਬੁੱਧ ਨੂੰ ਕੱਲੇ ਸਵਾਲ ਦਾ ਜਵਾਬ ਪਤਾ ਲੱਗ ਗਿਆ ਸੀ, ਪਰ ਉਹਨਾਂ ਨੇ ਆਪਣੇ ਭਿਕਸ਼ੂਆਂ ਨੂੰ ਇਹ ਗੱਲ ਦੱਸੀ ਆ ਕਿ ਮੈਂ ਤੁਹਾਨੂੰ ਕੁਝ ਨਹੀਂ ਸਮਝਾ ਸਕਦਾ, ਤੁਸੀਂ ਆਪਣੀ ਬੁੱਧੀ ਦੇ ਨਾਲ ਚੱਲੋ, ਮੈਂ ਤੁਹਾਨੂੰ ਮਾਰਗ ਦੱਸ ਦਿੱਤਾ ਆ, ਤੁਸੀਂ ਇਸ ਮਾਰਗ 'ਤੇ ਚੱਲੋ ਔਰ ਤੁਸੀਂ ਆਪਣੇ ਸਵਾਲਾਂ ਦੇ ਖੁਦ ਜਵਾਬ ਲੱਭੋ। ਸੋ ਇਸੇ ਲਈ ਸਾਨੂੰ ਇਹ ਤਥਾਗਤ ਭਗਵਾਨ ਬੁੱਧ ਦਾ ਧਰਮ ਧਾਰਨ ਦੀ ਜ਼ਰੂਰਤ ਆ। ਠੀਕ ਹੈ ਜੀ। ਹੋਰ ਜੇ ਹਲੇ ਵੀ ਕਲੈਰੀਫਿਕੇਸ਼ਨ ਨਹੀਂ ਤੁਹਾਨੂੰ ਮੈਂ ਹੋਰ ਤਰੀਕੇ ਨਾਲ ਦੱਸ ਦਿੰਦਾ। ਹਾਂਜੀ ਤਥਾਗਤ ਭਗਵਾਨ ਬੁੱਧ ਨੇ ਦੱਸਿਆ, ਏਕ ਆਇਨੋ ਆਇਨ ਵਿਖਵੇ ਮੱਗੋ। ਏਕ ਆਇਨੋ ਆਇਨ ਵਿਖਵੇ ਮੱਗੋ ਮਤਲਬ ਇੱਕੋ ਹੀ ਰਸਤਾ ਆ, ਸੱਤਾ ਨੰਗ ਵਿਸ਼ੁੱਧੀ ਆ, ਸੱਚ ਦੇ ਦਰਸ਼ਨ ਕਰਨ ਦਾ। ਏਕ ਆਇਨੋ ਆਇਨ ਵਿਖਵੇ ਮੱਗੋ ਸੱਤਾ ਨੰਗ ਵਿਸ਼ੁੱਧੀ ਆ, ਸੋਕ ਪਰਿਦੇਵਾ ਨੰਗ ਸਮਿਤ ਕਮਾਏ। ਜਿੱਥੇ ਕਿ ਕੋਈ ਸੋਕ ਨਹੀਂ ਹੁੰਦਾ, ਜਿੱਥੇ ਮਨ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ। ਜੇ ਸਾਡਾ ਕੋਈ ਪ੍ਰਿਯ ਜਨ ਦੁਨੀਆ ਦੇ ਵਿੱਚੋਂ ਵਿਛੜ ਵੀ ਜਾਂਦਾ ਆ, ਤੇ ਸਾਡਾ ਮਨ ਰੋਂਦਾ ਕਰਲਾਉਂਦਾ ਨਹੀਂ, ਕਿਉਂਕਿ ਉਹਨੇ ਇਹ ਸਮਝ ਲਿਆ ਕਿ ਇਸ ਦੁਨੀਆ ਦਾ ਕੋਈ ਪੱਕਾ ਵਾਸੀ ਨਹੀਂ ਹੈ। ਸੋਕ ਪਰਿਦੇਵਨ ਸਮਿਤ ਕਮਾਏ, ਦੁੱਖ ਦੋ ਮਨੱਸਾ ਨੰਗ ਥੰਗ ਮਾਏ। ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੁੰਦਾ ਉਹਨੂੰ, ਕਾਇਆ ਦਾ ਔਰ ਮਨ ਦਾ। ਦੁੱਖ ਦੋ ਮਨੱਸਾ ਥੰਗ ਮਾਏ, ਨਿਆਸਿਆ ਅਧਿੰਗ ਮਾਏ। ਔਰ ਉਹਨੂੰ ਉਹ ਨਿਆਂ ਤੇ ਆਧਾਰਿਤ ਕੰਮ ਕਰਦਾ ਆ, ਹਮੇਸ਼ਾ ਸੱਚ ਦੀ ਗੱਲ ਕਰਦਾ, ਚਾਹੇ ਉਹ ਕੋਈ ਰਿਸ਼ਤਾ ਨਾਤਾ ਨਹੀਂ ਦੇਖਦਾ। ਉਹ ਜਿੱਥੇ ਸੱਚ ਹੈ ਉਹਦੀ ਗੱਲ ਕਰਦਾ। ਔਰ ਸੱਚ ਕੇ ਨਿਬਾਣ ਸਿਆ ਸੱਚ ਕਿਰਿਆ ਏ, ਉਹ ਨਿਬਾਣ ਦੇ ਸੱਚ ਨੂੰ ਦੇਖ ਪਾਉਂਦਾ ਆ। ਫਿਰ ਉਹਨਾਂ ਨੇ ਭਗਵਾਨ ਬੁੱਧ ਨੇ ਦੱਸਿਆ, ਜਦੀਦਨ ਚਤਾਰੋ ਸਤੀ ਪਠਾਨਾ। ਇੱਕ ਸੂਤਰ ਆ ਉਹਨਾਂ ਦਾ, ਸਤੀ ਪਠਾਨਾ, ਜਿਹੜਾ ਉਹਨਾਂ ਨੇ ਕੁਰੂਕਸ਼ੇਤਰ ਦੇ ਵਿੱਚ ਦਿੱਤਾ ਸੀ ਆਪਣੇ ਭਿੱਖੂਆਂ ਨੂੰ। ਔਰ ਉਹਦੇ ਵਿੱਚ ਉਹਨਾਂ ਨੇ ਕੀ ਦੱਸਿਆ, ਇਹ ਕਿੱਦਾਂ ਜਿਹੜੇ ਉਹਨਾਂ ਦੇ ਨਾ ਇਹ ਆਨੰਦ ਨਾਲ ਰਹਿੰਦੇ ਸੀ, ਇਹ ਸਾਰੀ ਜਿਹੜੀ ਬਾਣੀ ਆ ਉਹਨਾਂ ਨੇ ਦੱਸੀ ਹੋਈ ਆ। ਉਹਨਾਂ ਦੱਸਿਆ, ਏਵਨ ਮੇ ਸੁਤਨ, ਕਿ ਮੈਂ ਸੁਣਿਆ ਇਹ ਤਥਾਗਤ ਭਗਵਾਨ ਬੁੱਧ ਦੇ ਕੋਲੋਂ, ਇਹ ਮੇਰੇ ਸ਼ਬਦ ਨਹੀਂ ਹੈ, ਇਹ ਤਥਾਗਤ ਭਗਵਾਨ ਬੁੱਧ ਦੇ ਸ਼ਬਦ ਆ। ਉਹਨਾਂ ਨੇ ਕੀ ਕਿਹਾ, ਏਵਨ ਮੇ ਸੁਤਨ ਏਕਨ ਸਮਯਨ ਭਗਵਾ ਕੁਰਸੂ ਵਿਹਰਤੀ, ਕਿ ਕੁਰੂਕਸ਼ੇਤਰ ਦੇ ਵਿੱਚ ਵਿਹਾਰ ਕਰਦੇ ਸੀ। ਮਤਲਬ ਉਹਨਾਂ ਦੀ ਬਾਣੀ ਨੂੰ ਦੱਸਿਆ, ਕੁਰਸੂ ਵਿਹਰਤੀ ਕੰਮਾ ਸਦੰਮਾ ਨੰਗ ਕੁਰੂਨੰਗ ਨਿਗਮੋ ਤੱਤਰ ਖੋ ਭਗਵਾ ਵਿਖੂ ਆਮਨਦੇ ਸੀ। ਆਪਣੇ ਵਿਖੂਆਂ ਨੂੰ ਆਪਣੇ ਕੋਲ ਬੁਲਾਉਂਦੇ ਆ ਔਰ ਉਹਨਾਂ ਨੂੰ ਕਹਿੰਦੇ ਆ ਕਿ ਵਿਖੂਓ, ਜੇ ਤੁਸੀਂ ਸੱਚ ਨੂੰ ਸਮਝਣਾ ਚਾਹੁੰਦੇ ਆ ਤਾਂ ਜਿਹੜੇ ਮੈਂ 4 ਸਤੀ ਪਠਾਨ ਦੱਸ ਰਿਹਾ, ਇਹਨਾਂ ਦੇ ਉੱਤੇ ਪੂਰਨ ਇਮਾਨਦਾਰੀ ਨਾਲ ਆਚਰਣ ਕਰਨਾ। ਔਰ ਉਹ ਕੀ ਦੱਸਿਆ ਉਹਨਾਂ ਨੇ, ਕਾਏ ਕਾਇਆ ਅਨੁਪੱਸੀ ਵਿਹਰਤੀ ਆਤਾਪੀ ਸੰਪਜਾਨੋ ਸਤੀਮਾ ਵਿਨੇ ਅਲੋਕੇ ਅਵਿਜਿਆ ਦੋ ਮਨੱਸਨ। ਕਿ ਆਪਣੀ ਕਾਇਆ ਦੇ ਪ੍ਰਤੀ ਸਜਗ ਰਹਿਣਾ। ਔਰ ਕਾਇਆ ਦੇ ਪ੍ਰਤੀ ਸਜਗ ਰਹਿਣ ਦੇ ਲਈ ਉਹਨਾਂ ਨੇ ਕੀ ਦੱਸਿਆ ਕਿ ਗਤੇ ਠਿਤੇ ਨਿਸਿੰਨੇ ਸੁਤੇ ਜਾਗਰਤੇ ਬਾਸੀਤੇ ਤੁੰਡੀ ਭਾਵੇ ਸੰਪ ਜਾਣਕਾਰੀ ਹੋਤੀ। ਕਿ ਜੇਕਰ ਤੁਸੀਂ ਚੱਲ ਰਹੇ ਆ ਤਾਂ ਤੁਹਾਡੇ ਚਿੱਤ ਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਚੱਲ ਰਹੇ ਆ। ਜੇਕਰ ਬੈਠੇ ਆ ਤਾਂ ਬੈਠਿਆਂ ਦਾ ਪਤਾ ਹੋਣਾ ਚਾਹੀਦਾ। ਇਹ ਤੁਹਾਡਾ ਸਮਯਕ ਗਿਆਨ ਹੈ, ਉਸ ਛਣ ਦੀ ਸੱਚਾਈ ਆ, ਪ੍ਰਤੀ ਛਣ ਦੀ।
ਤੁਹਾਡਾ ਜਿਹੜਾ ਚਿੱਤ ਆ ਉਹ ਤੁਹਾਡੀਆਂ ਇੰਦਰੀਆਂ ਦੇ ਨਾਲ ਜੇਕਰ ਜੁੜਿਆ ਹੋਇਆ ਆ ਤਦ ਹੀ ਤੁਸੀਂ ਉਸ ਵੇਲੇ ਦੀ ਸਚਾਈ ਦੇ ਰਕਸ਼ਣ ਕਰ ਸਕਦੇ ਆ। ਜੇਕਰ ਤੁਸੀਂ ਤੁਰੇ ਜਾ ਰਹੇ ਆ ਔਰ ਤੁਹਾਡਾ ਚਿੱਤ ਜਿਹੜਾ ਆ ਉਹ ਕਿਤੇ ਹੋਰ ਸੋਚਣ ਵਿਚਾਰਨ ਵਿੱਚ ਚਲਾ ਜਾਂਦਾ ਤੇ ਅਸੀਂ ਦੇਖਦੇ ਹਾਂ ਕਿ ਸਾਡਾ ਮੂਹਰੇ ਕੋਈ ਟੋਆ ਟਿੱਬਾ ਆ ਜਾਂਦਾ ਤੇ ਅਸੀਂ ਐਕਸੀਡੈਂਟ ਹੋ ਜਾਂਦਾ। ਸੋ ਦੁਰਘਟਨਾ ਉਸੇ ਦੇ ਨਾਲ ਹੀ ਹੁੰਦੀ ਆ ਜਿਹੜਾ ਆਪਣੀ ਇੰਦਰੀ ਨਾਲੋਂ ਚਿੱਤ ਨੂੰ ਤੋੜ ਲੈਂਦਾ ਆ। ਠੀਕ ਹੈ ਜੀ। ਤਾਂ ਉਹਨਾਂ ਨੇ ਕੀ ਦੱਸਿਆ, ਕਾਏ ਕਾਇਆ ਨੂੰ ਪੱਸੀ ਵੇਰਤੀ, ਆਪਣੀ ਕਾਇਆ ਦੇ ਨਾਲ ਆਪਣੇ ਮਨ ਨੂੰ ਜੋੜ ਕੇ ਰੱਖਣਾ। ਫਿਰ ਉਹਨਾਂ ਨੇ ਦੱਸਿਆ ਵੇਦਨਾ ਸੂ ਵੇਦਨਾ ਨੂੰ ਪੱਸੀ ਵੇਰਤੀ। ਤਿੰਨ ਤਰ੍ਹਾਂ ਦੀ ਵੇਦਨਾ ਹੁੰਦੀ ਸਰੀਰ ਦੇ ਵਿੱਚ, ਇੱਕ ਹੁੰਦੀ ਸੁਖਦ ਵੇਦਨਾ, ਇੱਕ ਹੁੰਦੀ ਦੁਖਦ ਵੇਦਨਾ, ਇੱਕ ਹੁੰਦੀ ਦੁਖਦ ਮਾ ਸੁਖਦ ਵੇਦਨਾ। ਇਹਨਾਂ ਤਿੰਨਾਂ ਤੋਂ ਇਲਾਵਾ ਤੁਹਾਨੂੰ ਕੋਈ ਵੇਦਨਾ ਮਹਿਸੂਸ ਨਹੀਂ ਹੋਊਗੀ। ਔਰ ਜਿਹੜਾ ਸਾਡਾ ਮਨ ਆ ਉਹ ਹਰ ਸਮੇਂ ਸੁਖਦ ਵੇਦਨਾ ਦੀ ਤਲਾਸ਼ ਵਿੱਚ ਰਹਿੰਦਾ ਆ ਕਿ ਮੈਨੂੰ ਸੁਖਦ ਵੇਦਨਾ ਮਿਲਦੀ ਰਹੇ। ਜੇ ਕੋਈ ਖਾਣਾ ਚਾਹੁੰਦਾ ਉਹਦੇ ਵਿੱਚੋਂ ਵੀ ਉਹ ਚੰਗੀ ਵੇਦਨਾ ਦੀ ਤਲਾਸ਼ ਕਰਦਾ ਆ। ਪਰ ਜਿਹੜੀ ਦੁਖਦ ਵੇਦਨਾ ਆ ਸੁਖਦ ਵੇਦਨਾ ਦੇ ਨਾਲ ਜੁੜੀ ਹੁੰਦੀ ਆ। ਜਿੱਦਾਂ ਇੱਕ ਸਿੱਕੇ ਦੋ ਪਾਸੇ ਆ, ਤੁਹਾਨੂੰ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਇੱਕ ਨਹੀਂ ਮਿਲਣੀ, ਉਹਦੇ ਨਾਲ ਦੂਜਾ ਪਿਛਲਾ ਪਾਸਾ ਵੀ ਨਾਲ ਮਿਲਣਾ ਆ। ਸੋ ਸੁੱਖ ਦੀ ਚਾਹ ਹੀ ਦੁੱਖ ਪੈਦਾ ਕਰਦੀ ਆ। तथागत भगवान बुद्ध ने फिर धर्म किहनूं किया सी? राजकुमार जी, हाँ जी, राजकुमार जी एक मिनट के लिए रुकिए जरा। राजकुमार जी, जो सवाल लड़की ने किया है हाँ जी, उसमें इसका आंसर नहीं है जो कुछ आप कह रहे हैं। आई एम सॉरी टू से दैट, क्योंकि आप बहुत कुछ जानते हैं, आप बहुत बुद्ध धर्म के प्रचार करने में भी बहुत सक्षम है, या बहुत तो आपके पास नॉलेज है, लेकिन जो प्रिसाइज सवाल उस लड़की ने किया है ये उसके आंसर नहीं है। आई एम सॉरी टू से। ओके सर। तो उसने ये कहा कि हमें धम्म की जरूरत क्यों है, उसने ये नहीं कहा धम्म क्या है। तो अगर आप मुझे इजाज़त दो, मैं प्रोटोकॉल नहीं ब्रेक करना चाहता, अगर आप मुझे इजाज़त दो या रवि जी इजाज़त दें तो मैं 2 मिनट में इसका जवाब दे दूं उस लड़की को। हाँ जी, हाँ जी, क्योंकि ये एक्चुअली ये जितने भी सवाल थे पिछली बार के, ये थे तो मेरे लिए ही, लेकिन आपने उनके जवाब दिए। मैं खुश था कि मुझे था कि भी शायद पूनम जी इससे खुश हो जाएगी, लेकिन अगर वो खुश नहीं है तो उसका जो प्रिसाइज सवाल है कि हमें धम्म की क्यों जरूरत पड़ी, तो उसका मैं 2 मिनट में जवाब दे दूं। हाँ जी, अगर हाँ जी, परमिशन है तो। जी जी बोलिए। हाँ जी, हाँ जी, क्यों पूनम जी? यस सर। तो आपने जो सवाल ਸਾਨੂੰ ਧਰਮ ਦੀ ਕੀ ਲੋੜ ਆ ਜੇ ਸਾਡੀ ਮਤਲਬ ਕਿ ਅਸੀਂ ਆਪਣੀ ਪ੍ਰੋਬਲਮ ਖੁਦ ਸੋਲਵ ਕਰਦੇ ਆ ਤਾਂ। किया कि हमें धम्म की जरूरत क्यों पड़ती है। यस जब भगवान बुद्ध को ज्ञान हुआ, जी। वृक्ष के नीचे बैठकर तो वो अकेले ही थे, तो वहां से उनको ये महसूस हुआ कि अगर ये सारा ज्ञान जो मुझे आज प्राप्त हुआ है, अगर मैं इसको अपने साथ लेकर ही मर गया तो दुनिया को इसका कोई लाभ नहीं होगा। इसलिए वो वहां से चलकर सारनाथ गए। आप ये सारी कहानी जानते हैं। सारनाथ में जो उनके 5 भिक्षु थे जो पहले साथ उनके तपस्या करते थे, वो उनको छोड़कर आ गए थे, इसलिए कि सुजाता की खीर खा ली थी अपने भगवान बुद्ध ने। तो वो वहाँ उनके पास आते हैं, तो उन्होंने जब भगवान बुद्ध को आते देखा और उन्होंने कहा कि भाई ये वो प्राणी है जिसने धम्म का तपस्या का तोड़ दिया था नियम, इसको हम नमस्कार नहीं करेंगे, इसको सल्यूट नहीं करेंगे, इसका आदर भाव नहीं करेंगे। लेकिन जैसे जैसे ही भगवान बुद्ध उनके पास आते हैं तो उनका जो भगवान बुद्ध का जो तेज था, जब भगवान बुद्ध का जो ज्ञान था, जो उसके अनुभव था, उसके सामने वो झुक गए। उन्होंने उनको नमस्कार कहा, लेकिन भगवान बुद्ध से पूछा कि भाई हम तुझे कहा कि हम तुझे अपने संग में जो अपने जो 5 भिक्षुओं के बीच में नहीं मिलाना चाहते। लेकिन भगवान बुद्ध का जो कथन था, उन भगवान बुद्ध ने उनको बताया कि भाई जो समाज, जो इंसान है, जो आदमी है, वो एक सामाजिक प्राणी है। वो समाज में रहता है और समाज के साथ कैसे उसको व्यवहार करना है, समाज को के साथ उसको कैसे बोलना है, कैसे व्यवहार करना है, उसका एटीट्यूड, दूसरे के प्रति देखने का नज़रिया कैसा होना चाहिए, यही सच मैं जान के आया हूँ। अगर चाहो तो मैं आपको बता सकता हूँ। तो
भगवान बुद्ध ने उनको जे बताया, वहां से उन्होंने ये फैसला किया कि अगर ये ज्ञान अच्छा है इंसान के लिए और सोसाइटी के लिए और सारे समाज के लिए, तो हमें सबको मिलकर इस का समाज में प्रचार प्रसार करना चाहिए। वहां से ये धम्म के जरूरत महसूस करी गई, धम्म की शिक्षा की जरूरत महसूस करी गई, और वो 5 भिक्षुओं ने भगवान बुद्ध का साथ देकर ये माना, ये इस्टेब्लिश किया कि सोसाइटी को, अगर सारी सोसाइटी को ही अच्छे रास्ते पे लाना है, अगर सारे लोगों को ही अच्छे रास्ते पे लाना है, तो उन सभी लोगों के पास हमें अपना धम्म लेके जाना चाहिए, धम्म की टीचिंग लेके जाना चाहिए। ये इसलिए उसकी जरूरत महसूस करी गई थी। थैंक यू। ओके सर, मेरा नेक्स्ट क्वेश्चन है ਤੁਹਾਨੂੰ